ਅਸੀਂ 1994 ਦੇ ਵਿੱਚ ਹੱਜ 'ਤੇ ਪ੍ਰੋਗਰਾਮ ਬਣਾਇਆ। ਦੋਸਤਾਂ ਦੇ ਨਾਲ ਇੱਕ ਗੱਡੀ ਮਿਨੀ ਬੱਸ ਲੈ ਕੇ 3 ਫੈਮਲੀਆਂ ਅਸੀਂ ਦੁਬਈ ਤੋਂ ਰਵਾਨਾ ਹੋਏ ਹੱਜ ਵਾਸਤੇ। ਇਹ 1994 ਦੀ ਗੱਲ ਹੈ, ਅਕਬਰੀ ਹੱਜ ਸੀ। ਗਵਈਆ ਜਗ੍ਹਾ ਦੇ ਉੱਤੇ ਸਾਡਾ ਐਕਸੀਡੈਂਟ ਹੋ ਗਿਆ। ਉਹ ਜਿਸ ਵੇਲੇ ਰੋਡ ਤੋਂ ਥੱਲੇ ਗੱਡੀ ਗਈ ਹੈ ਤੇ ਉਹ ਨਹੀਂ ਸੀ ਕੋਈ ਚਾਂਸ ਬਚਣ ਦਾ, ਤੇ ਬਸ ਅੱਲਾਹ ਤਾਲਾ ਦੀ ਤਰਫੋਂ ਇੱਕ ਕਲਮਾ ਸ਼ਰੀਫ ਜ਼ੁਬਾਨ ਤੇ ਚੜਿਆ ਕਿ ਅਸ਼ਹਦੁ ਅੱਲਾ ਇਲਾਹਾ ਇल्लल्लाह व अशहदु अन्ना ਮੁਹੰਮਦ ਰਸੂਲੁल्लाह। ਲੇਕਿਨ ਆਪਰੇਸ਼ਨ ਦੇ ਵਿੱਚ ਵੀ ਉਹਨਾਂ ਡਾਕਟਰਾਂ ਨੇ ਉਹ ਕਿੱਲ ਲਾਏ ਨੇ ਜਿਹੜੇ ਫਰਨੀਚਰ 'ਚ ਲਾਏ ਦੇ ਨੇ। 2000 ਦੇ ਵਿੱਚ ਅਸੀਂ ਦੁਬਾਰਾ ਫਿਰ ਮੈਂ ਫੈਮਿਲੀ ਦੇ ਨਾਲ ਜਾ ਕੇ ਹੱਜ ਕਰਕੇ ਆਇਆ। ਬਿਸਮਿल्लाहिर्रहमानिर्रहीम। ਅੱਜ ਮੈਂ ਕਾੜੇ ਆਇਆ ਤੇ ਇਕਰਾਮੁਲ ਕਰਵੀ ਸਾਹਿਬ ਦੁਬਈ ਤੋਂ, ਸ਼ਾਰਜਾ ਤੋਂ, ਮੁਤਹਿਦਾ ਅਰਬ ਅਮਾਰਾਤ ਤੋਂ ਉਹ ਕਾੜੇ ਆਏ ਨੇ। ਮੈਂ ਇਹਨਾਂ ਨੂੰ ਮਿਲਣਾ ਹੈ। ਇਹਨਾਂ ਨੇ ਕਾफ़ी अर्सा पहले एक वाक़या ਸਾਨੂੰ सुनाया ਸੀ और मैं किताब लिखी थी मौत से ज़िंदगी की तरफ। ਉਹਦਾ ਦੂਸਰਾ ਐਡੀਸ਼ਨ ਮੇਰੇ ਕੋਲ ਹੈ, मौत से वापसी। ਇਸ ਕਿਤਾਬ 'ਚ ਉਹਨਾਂ ਲੋਕਾਂ ਦੇ ਵਾਕਿਆਤ ਲਿਖੇ ਸੀ ਜਿਨ੍ਹਾਂ ਨੂੰ ਇਹ ਕਹਿੰਦੇ ਸੁਣਿਆ ਗਿਆ ਕਿ ਇਹ ਮੇਰੀ ਜ਼ਿੰਦਗੀ ਦਾ ਦੂਸਰਾ ਜਨਮ ਹੈ। ਮੈਂ ਤਾਂ ਮੌਤ ਨੂੰ ਬਿਲਕੁਲ ਸਾਹਮਣੇ ਦੇਖਿਆ, ਅੱਲਾ ਨੇ ਮੈਨੂੰ ਦੂਸਰੀ ਜ਼ਿੰਦਗੀ ਦਿੱਤੀ। ਇਹ ਮੈਂ ਫਿਰ ਇਕਰਾਮੁਲ ਕਰਵੀ ਸਾਹਿਬ ਨਾਲ ਗੱਲ ਕੀਤੀ। ਇਹਨਾਂ ਨੇ ਜੋ ਕੁਝ ਦੱਸਿਆ ਹੈਰਾਨ ਕੁਨ ਸੀ। ਕਿਸ ਤਰ੍ਹਾਂ ਇਹ ਦੁਬਈ ਤੋਂ ਮੁਤਹਿਦਾ ਅਰਬ ਅਮਾਰਾਤ ਤੋਂ ਹੱਜ ਵੀ ਗਏ। ਛੋਟੇ ਛੋਟੇ ਬੱਚੇ ਸੀ, ਸ਼ਹਿਬਾਜ਼ ਮਾਸ਼ਾਅੱਲਾ, ਜਿਹੜੇ ਹੁਣ ਸਾਡੇ ਨਾਲ ਨੇ ਤੇ ਕੈਮਰੇ ਨੂੰ ਉਹੀ ਆਪਰੇਟ ਕਰ ਰਹੇ ਨੇ। ਇਹ ਉਸ ਵੇਲੇ ਛੋਟੇ ਸੀ। ਆਰਫ ਇਸ ਤੋਂ ਵੀ ਛੋਟਾ ਸੀ, ਸਬਾ ਉਸ ਤੋਂ ਵੀ ਛੋਟੀ ਸੀ, ਸ਼ੀਰ ਖਾਰ ਸੀ। ਇਹਨਾਂ ਨਾਲ ਜੋ ਕੁਝ ਉਸ ਵੇਲੇ ਹੋਇਆ ਉਹ ਇਹਨਾਂ ਕੋਲੋਂ ਦੁਬਾਰਾ ਇਹਨਾਂ ਦੀ ਜ਼ੁਬਾਨੀ ਵੀ ਸੁਣਦੇ ਹਾਂ। ਲੇਕਿਨ ਇਹ ਕਿਤਾਬ 'ਚ ਵੀ ਅਸੀਂ ਇਹਦਾ ਜ਼ਿਕਰ ਕੀਤਾ ਹੋਇਆ। ਇਹਨਾਂ ਦੀ ਜ਼ੁਬਾਨੀ ਸੁਣਾਂਗੇ ਤਾਂ ਜ਼ਿਆਦਾ ਪਤਾ ਚੱਲੇਗਾ ਕਿ ਕਿਹੜੀ ਮੁਸੀਬਤ ਨਾਲ ਇਹਨਾਂ ਨੂੰ ਗੁਜ਼ਰਨਾ ਪਿਆ, ਕਿਹੜੀ ਮੁਸੀਬਤ ਵਿੱਚੋਂ ਇਹਨਾਂ ਨੂੰ ਗੁਜ਼ਰਨਾ ਪਿਆ। ਜੋ ਕੁਝ ਉੱਥੇ ਇਹਨਾਂ ਨਾਲ ਹੋਇਆ, ਹੱਜ 'ਤੇ ਜਾ ਰਹੇ ਸੀ, ਹੱਜ 'ਤੇ ਜਾ ਰਹੇ ਜਾਂਦੇ ਇਹਨਾਂ ਦਾ ਐਕਸੀਡੈਂਟ ਹੋ ਗਿਆ। ਕਿਸ ਤਰ੍ਹਾਂ ਐਕਸੀਡੈਂਟ ਹੋ ਗਿਆ, ਇਸ ਤੋਂ ਬਾਅਦ ਅਸੀਂ ਇੱਕ ਅਲੱਗ ਹੋਰ ਵੀ ਵੀਲਾ ਕਰਾਂਗੇ ਜਿਸ ਵਿੱਚ ਇਹ ਦੱਸਾਂਗੇ ਕਿ ਕਿੱਥੇ ਜੰਮੇ, ਕਿੱਥੇ ਪਲੇ, ਇਹਨਾਂ ਦੇ ਬੜੇ ਕਿੱਥੋਂ ਆਏ। ਉਹ ਅਲੱਗ ਇੱਕ ਵੀਲਾ ਹੋਏਗਾ। ਪਹਿਲੇ ਇਹ ਕਿ ਇਕਰਾਮ ਸਾਹਿਬ ਕੋਲੋਂ ਇਹ ਪੁੱਛਦਾ ਜਨਾਬ ਕਿਸ ਤਰ੍ਹਾਂ ਉਹ ਹਾਦਸਾ ਪੇਸ਼ ਆਇਆ ਸੀ। जी अस्सलाम वालेकुम साहब जी, इकरामुल ਤੁਹਾਡੇ ਨਾਲ ਗੱਲ ਕਰ ਰਿਹਾ। ਇਹ ਅਸੀਂ 1994 ਦੇ ਵਿੱਚ ਹੱਜ 'ਤੇ ਪ੍ਰੋਗਰਾਮ ਬਣਾਇਆ। ਦੋਸਤਾਂ ਦੇ ਨਾਲ ਇੱਕ ਗੱਡੀ ਮਿਨੀ ਬੱਸ ਲੈ ਕੇ 3 ਫੈਮਲੀਆਂ ਅਸੀਂ ਦੁਬਈ ਤੋਂ ਰਵਾਨਾ ਹੋਏ ਹੱਜ ਵਾਸਤੇ। ਇਹ 1994 ਦੀ ਗੱਲ ਹੈ, ਅਕਬਰੀ ਹੱਜ ਸੀ। ਅਕਬਰੀ ਹੱਜ ਦਾ ਕੀ ਮਤਲਬ? ਉਮਰਾ ਨਹੀਂ ਸੀ, ਬੜਾ ਹੱਜ ਸੀ। ਬੜਾ ਹੱਜ ਸੀ ਜੀ। ਅਸੀਂ ਜਿਸ ਵੇਲੇ ਦੂਸਰਾ ਦਿਨ ਸੀ, ਅਸੀਂ 2 ਦਿਨ ਤੋਂ ਬਾਅਦ ਤੀਸਰਾ ਦਿਨ ਮੱਕਾ ਸ਼ਰੀਫ ਪਹੁੰਚਣ ਵਾਲੇ ਸੀ। 250 ਕਿਲੋਮੀਟਰ ਦੂਰ ਸਾਡਾ ਗਵਈਆ ਜਗ੍ਹਾ ਦੇ ਉੱਤੇ ਸਾਡਾ ਐਕਸੀਡੈਂਟ ਹੋ ਗਿਆ। ਇਹ ਜਿਹੜੀ ਮਿਨੀ ਬੱਸ ਹੈ ਇਹ ਓਵਰਟੇਕ ਕਰ ਰਹੀ ਸੀ ਇੱਕ ਬੜਾ ਟਰੇਲਾ ਸੀ। ਉਸ ਨੂੰ ਜਿਸ ਵੇਲੇ ਓਵਰਟੇਕ ਕੀਤਾ ਇਹਨੇ, ਉਹ ਸਪੀਡ ਕੰਟਰੋਲ ਨਹੀਂ ਹੋ ਸਕੀ। ਉਸ ਵਜ੍ਹਾ ਦੇ ਨਾਲ ਉਹ ਗੱਡੀ ਜਿਹੜੀ ਆ ਮਿਨੀ ਬੱਸ ਜਿਹੜੀ ਆ ਉਹ ਥੱਲੇ ਬੜੀ ਹਾਈਟ ਸੀ ਰੋਡ ਦੀ, ਥੱਲੇ ਉਸ ਸਲੋਪ ਦੇ ਵਿੱਚ ਖਤਾਨਾ ਦੇ ਵਿੱਚ ਚਲੀ ਗਈ, ਰਮਲ ਦੇ ਵਿੱਚ। ਇਕਰਾਮ ਸਾਹਿਬ ਨੇ ਇਹ ਦੱਸਿਆ ਸੀ ਉਦੋਂ ਜਦੋਂ ਇਹਨਾਂ ਨਾਲ ਮੇਰੀ ਗੱਲ ਹੋਈ ਸੀ ਕਿ ਜਿਹੜੀ ਇਹਨਾਂ ਦੀ ਕੋਚ ਸੀ ਉਹਦੀ ਸਪੀਡ ਸੀ 135 ਕਿਲੋਮੀਟਰ ਤੇ ਜਿਸ ਟਰਾਲਾ ਨੂੰ ਕ੍ਰਾਸ ਕਰ ਰਹੀ ਸੀ ਉਹਦੀ ਸਪੀਡ ਤਕਰੀਬਨ ਹੈ ਸੀ 125 ਕਿਲੋਮੀਟਰ। ਇਹ ਤੋਂ ਤੁਸੀਂ ਅੰਦਾਜ਼ਾ ਲਗਾ ਲਓ ਕਿ ਮੋਟਰਵੇ 'ਤੇ ਕਿੰਨੀ ਸਪੀਡ ਨਾਲ ਗੱਡੀਆਂ ਜਾ ਰਹੀਆਂ ਸੀ ਤੇ ਵੱਡੇ ਟਰਾਲੇ ਦੀ ਵਜ੍ਹਾ ਨਾਲ ਇਹਨਾਂ ਦੀ ਕੋਚ ਫਿਰ ਉਲਟ ਗਈ। ਜੀ ਜੀ ਜੀ। ਉਹ ਜਿਸ ਵੇਲੇ ਰੋਡ ਤੋਂ ਥੱਲੇ ਗੱਡੀ ਗਈ ਹੈ ਤੇ ਉਹ ਨਹੀਂ ਸੀ ਕੋਈ ਚਾਂਸ ਬਚਣ ਦਾ, ਤੇ ਬਸ ਅੱਲਾਹ ਤਾਲਾ ਦੀ ਤਰਫੋਂ ਇੱਕ ਕਲਮਾ ਸ਼ਰੀਫ ਜ਼ੁਬਾਨ ਤੇ ਚੜਿਆ ਕਿ ਅਸ਼ਹਦੁ ਅੱਲਾ ਇਲਾਹਾ ਇल्लल्लाह व अशहदु अन्ना ਮੁਹੰਮਦ ਰਸੂਲੁल्लाह। ਇਹ ਮਰਨ ਲੱਗਿਆ ਅਗਰ ਕਲਮਾ ਨਸੀਬ ਹੋ ਗਿਆ ਤਾਂ ਬੜੀ ਅੱਲਾਹ ਤਾਲਾ ਦੀ ਰਹਿਮਤ ਹੈ। ਜ਼ਿੰਦਗੀ ਜਿਹੜੀ ਮੌਤ ਇੱਕਦਮ ਅੱਖਾਂ ਦੇ ਸਾਹਮਣੇ ਆ ਗਈ। ਮੌਤ ਜਿਸ ਵੇਲੇ ਉਹ ਸਲੋਪ ਦੇ ਵਿੱਚ, ਰਮਲ ਦੇ ਵਿੱਚ ਗਿਰੀ ਹੈ ਤੇ ਸਾਈਡ ਦੇ ਉੱਤੇ ਤਕਰੀਬਨ 25-30 ਮੀਟਰ ਦੇ ਉੱਤੇ ਫੈਂਸ ਲਾਈਨ ਸੀ। ਉਸ ਊਠ ਅੰਦਰ ਨਾ ਆਉਣ, ਬੱਕਰੀਆਂ ਅੰਦਰ ਨਾ ਆਉਣ। ਉਸ ਗੱਡੀ ਨੇ, ਉਸ ਕੋਚ ਨੇ ਇੰਨੀ ਸਪੀਡ ਸੀ
4-5 पोस्टां तोड़ियां और 5वीं पोस्ट जिहड़ी है वो कंट्रोल पोस्ट सी ਜਿਹਨੂੰ ਚਾਰੋਂ ਪਾਸੇ ਸਪੋਰਟਾਂ ਲੱਗੀਆਂ ਸੀ। ਜਦੋਂ ਉਹਦੇ ਵਿੱਚ ਵੱਜੀ ਹੈ ਤਾਂ ਉਹ ਗੱਡੀ ਪਲਟੀ ਹੋ ਗਈ। ਜਿਸ ਵੇਲੇ ਪਲਟੀ ਹੋਈ ਹੈ ਉਸ ਵੇਲੇ ਕਾਨੂੰਨ ਨਹੀਂ ਸੀ, ਬੈਲਟ ਜਿਹੜੀ ਸੇਫਟੀ ਬੈਲਟ ਹੈ ਉਹ ਬੰਨ੍ਹਣ ਦਾ ਕਾਨੂੰਨ ਨਹੀਂ ਸੀ। ਇਸ ਵਜ੍ਹਾ ਨਾਲ ਦਰਵਾਜ਼ਾ ਖੁੱਲ੍ਹਿਆ और ਜਿਹੜਾ ਡਰਾਈਵਰ ਹੈ ਉਹ ਗੱਡੀ ਤੋਂ ਬਾਹਰ ਡਿੱਗ ਪਿਆ, ਉਹਦੀ ਲੱਤ ਟੁੱਟ ਗਈ। ਅਗਰ ਉਹ ਸੀਟ ਬੈਲਟ ਬੰਨ੍ਹੀ ਹੁੰਦੀ ਤਾਂ ਉਹ ਸਟੀਅਰਿੰਗ ਔਰ ਸੀਟ ਦੋਨੋਂ ਇੱਕ ਹੋ ਗਿਆ ਸੀ, ਉਹ ਬਿਲਕੁਲ ਬਚਣ ਦਾ ਚਾਂਸ ਹੀ ਨਹੀਂ ਸੀ। ਉਹਨੂੰ ਅੱਲਾਹ ਤਾਲਾ ਨੇ ਇਸ ਤਰ੍ਹਾਂ ਬਚਾਇਆ ਕਿ ਉਹਨੇ ਸੀਟ ਬੈਲਟ ਨਹੀਂ ਸੀ ਬੱਝੀ ਹੋਈ, ਉਹ ਗੱਡੀ ਤੋਂ ਬਾਹਰ ਨਿਕਲ ਗਿਆ। ਔਰ ਮੈਂ ਫਰੰਟ 'ਤੇ ਬੈਠਾ ਸੀ। ਜਿਸ ਵੇਲੇ ਗੱਡੀ ਪਲਟੀ ਹੋਈ ਆ ਉਹ ਮੇਰਾ ਜਿਹੜਾ ਚੁਬਾੜਾ ਹੈ ਉਹ ਗੱਡੀ ਦਾ 80 ਜਿਹੜੀ ਦਰਵਾਜ਼ੇ ਦੀ ਉਹ ਚੁਬਾੜੇ ਦੇ ਉੱਤੇ ਆ ਗਈ। ਉਹਨੇ ਚੁਬਾੜਾ ਤੋੜ ਦਿੱਤਾ ਉਸ ਗੱਡੀ ਨੇ। ਮੈਨੂੰ ਥੱਲੇ ਆ ਗਿਆ। ਫੈਮਿਲੀ ਜਿਹੜੀ ਆ ਉਹ ਸਾਰੀ ਗੱਡੀ ਦੇ ਵਿੱਚ ਸੀ ਅਤੇ ਉਸ ਵੇਲੇ ਉਹ ਅੱਲਾਹ ਤਾਲਾ ਦੀ ਤਰਫੋਂ ਇੱਕ ਸਮਝੋ ਕਿ ਫਰਿਸ਼ਤੇ ਹੀ ਨਾਜ਼ਰ ਹੋਏ ਨੇ। ਦੂਸਰੇ ਹੱਜ ਵਾਲੇ ਬੰਦੇ ਜਾ ਰਹੇ ਸੀ ਇਸ ਸੇਮ ਪੋਜ ਦੇ ਵਿੱਚ। ਉਹ ਸਾਰੇ ਤਕਰੀਬਨ ਸਾਰੇ ਬੰਦੇ ਜਿਹੜੇ ਆ ਉਹ ਫੈਮਿਲੀ ਵਾਲੇ ਨਹੀਂ ਸੀ। ਉਹਨਾਂ ਬੰਦਿਆਂ ਨੇ ਜਨਾਬ ਪਠਾਨ ਸੀ। ਉਹਨਾਂ ਨੇ ਗੱਡੀ ਰੋਕੀ। ਜਿਸ ਵੇਲੇ ਐਕਸੀਡੈਂਟ ਦੇਖਿਆ ਫਟਾਫਟ ਆ ਕੇ ਉਹਨਾਂ ਨੇ ਗੱਡੀ ਕਿਹਾ ਕਿ ਇਹ ਬੰਦਾ ਮਰ ਚੱਲਿਆ ਬਈ, ਇਹਨੂੰ ਤੁਸੀਂ ਗੱਡੀ ਨੂੰ ਚੱਕੋਗੇ। ਜਿਸ ਵੇਲੇ ਦੋ ਇਹਦਾ ਮਤਲਬ ਕਿ ਤੁਹਾਡਾ ਕੋਈ ਹਿੱਸਾ ਜਿਹੜਾ ਕੋਈ ਲੱਤ ਪੈਰ ਬਾਹਰ ਸੀ ਗੱਡੀ ਤੋਂ? ਮੈਂ ਤੜਫ ਰਿਹਾ ਸੀ ਉਸ ਵੇਲੇ। ਅੱਛਾ, ਤੁਹਾਡਾ ਸਿਰ ਅੰਦਰ ਸੀ, ਗੱਡੀ ਦੇ ਥੱਲੇ ਸੀ? ਮੈਂ ਪਤਾ ਬਾਹਰ ਸੀ। ਅੱਛਾ। ਅਤੇ ਉਹ ਜਿਸ ਵੇਲੇ ਜਨਾਬ ਉਹਨਾਂ ਨੇ ਗੱਡੀ ਸਾਰੇ ਬੰਦੇ ਨੇ ਚੱਕੀ ਅਤੇ ਮੈਂ ਥੱਲਿਓਂ ਜਿਸ ਵੇਲੇ ਨਿਕਲਿਆ ਅਤੇ ਫੈਮਿਲੀ ਨੇ ਦੇਖਿਆ ਕਿ ਬਹੁਤ ਜ਼ਿਆਦਾ ਮੇਰੇ ਮੂੰਹ ਦੇ ਵਿੱਚੋਂ ਲਹੂ ਜਾ ਰਿਹਾ ਅਤੇ ਜਨਾਬ ਉਹ ਫੈਮਿਲੀ ਬਹੁਤ ਪਰੇਸ਼ਾਨ। ਮੈਂ ਕਿਹਾ ਮੈਂ ਅਲਹਮਦੁਲਿਲਾ ਮੈਂ ਠੀਕ ਹਾਂ, ਮੈਨੂੰ ਕੁਛ ਨਹੀਂ ਹੋਇਆ। ਲੇਕਿਨ ਮੈਂ ਜਿਸ ਵੇਲੇ ਬੋਲਣ ਦੀ ਕੋਸ਼ਿਸ਼ ਕੀਤੀ ਤਾਂ ਮੈਨੂੰ ਪਤਾ ਲੱਗਾ ਕਿ ਮੇਰਾ ਦਿਲ ਟੁੱਟ ਗਿਆ। ਅੱਛਾ, ਸੁਣਿਆ ਕਿ ਇਨਸਾਨ ਦੀਆਂ ਹੱਡੀਆਂ ਜੋ ਸਭ ਤੋਂ ਮਜ਼ਬੂਤ ਹੱਡੀ ਜਿਹੜੀ ਡਾਕਟਰ ਨੇ ਜਦੋਂ ਆਪਰੇਸ਼ਨ ਕੀਤਾ ਤਾਂ ਉਹਨੇ ਇਹੋ ਹੀ ਸਵਾਲ ਕੀਤਾ ਕਿ ਦੇਖੋ ਯਾਰ ਜਾਨਵਰ ਹੱਡੇ ਜਿਹੜੇ ਦੇ ਵਿੱਚ ਪਏ ਹੁੰਦੇ ਆ ਅਤੇ ਸਾਰੀਆਂ ਹੱਡੀਆਂ ਜਾਨਵਰ ਇਹ ਜਿਹੜਾ ਮੂੰਹ ਹੈ ਇਹ ਉਹਦਾ ਉੱਥੇ ਪਿਆ ਹੁੰਦਾ। ਇਹ ਇੰਨੀ ਜਬੜੇ ਹੱਡੀ ਮਜ਼ਬੂਤ ਹੈ ਅਤੇ ਤੇਰਾ ਵੀ ਹਾਜੀ ਇਹ ਕਿਹੜੀ ਜਗ੍ਹਾ ਤੋਂ ਆਈ ਅਤੇ ਤੇਰਾ ਜਬੜਾ ਟੁੱਟਾ। ਫਿਰ ਉਹਨੂੰ ਮੈਂ ਦੱਸਿਆ ਕਿ ਪੂਰੀ ਗੱਡੀ ਦਾ ਵਜ਼ਨ ਮੇਰੇ ਮੂੰਹ ਦੇ ਉੱਤੇ ਆਇਆ। ਅਤੇ ਉਹ ਫਿਰ ਜਨਾਬ ਉਹਨੇ ਕਿਹਾ ਠੀਕ ਆ ਆਪਰੇਸ਼ਨ। ਫਿਰ ਮੈਂ ਉੱਥੇ ਅਲ ਕੋਇਆ ਹੌਸਪੀਟਲ ਸੀ, ਅਲ ਗੋਈਆ ਜਗ੍ਹਾ ਅਲ ਕੋਇਆ ਹੌਸਪੀਟਲ ਸੀ ਜਿਹਦੇ ਵਿੱਚ ਜਿੱਥੇ ਮੈਂ ਆਪਰੇਸ਼ਨ ਕਰਾਇਆ। ਜਿਹੜਾ ਮੇਰਾ ਦੋਸਤ ਸੀ ਉਹਨੇ ਉਹ ਸਿਚੁਏਸ਼ਨ ਦੇਖੀ, ਉਹਨੇ ਤਾਂ ਲੱਤ ਟੁੱਟੀ ਦੇ ਉੱਤੇ ਉਹਨੇ ਆਪਰੇਸ਼ਨ ਹੀ ਨਹੀਂ ਕਰਾਇਆ। ਉੱਥੇ ਬਹੁਤ ਇੰਤਜ਼ਾਮ ਇੱਦਾਂ ਦਾ ਸੀ ਕਿ ਬਸ ਕੋਈ ਸਫਾਈ ਨਹੀਂ, ਕੋਈ ਕੁਛ ਨਹੀਂ। ਉਹਨਾਂ ਵਕਤਾਂ ਦੇ ਵਿੱਚ ਬਹੁਤ ਜ਼ਿਆਦਾ ਮਤਲਬ ਇੱਦਾਂ ਬਸ ਪੁਰਸ਼ ਲੈ ਕੇ ਬੰਦੇ ਆ ਕੇ ਬਾਹਰ ਨਿਕਲ ਜਾਂਦੇ, ਕਹਿੰਦੇ ਸਾਨੂੰ ਸੈਲਰੀ ਨਹੀਂ ਮਿਲਦੀ ਪਈ ਤਾਂ ਅਸੀਂ ਸਫਾਈ ਕੀ ਕਰੀਏ। ਅੱਛਾ, ਇਹ ਸਾਊਦੀ ਅਰਬ ਦੇ ਹਸਪਤਾਲ ਦੀ ਗੱਲ ਹੈ 1994? ਬਿਲਕੁਲ। ਅੱਛਾ ਜੀ। ਅਤੇ ਬਸ ਮੈਂ ਤਾਂ ਆਪਰੇਸ਼ਨ ਕਰਾ ਲਿਆ, ਲੇਕਿਨ ਆਪਰੇਸ਼ਨ ਦੇ ਵਿੱਚ ਵੀ ਉਹਨਾਂ ਡਾਕਟਰਾਂ ਨੇ ਉਹ ਕਿੱਲ ਲਾਏ ਨੇ ਜਿਹੜੇ ਫਰਨੀਚਰ 'ਚ ਲਾਏ ਦੇ ਨੇ ਐਡੇ ਸਾਊਦੀਆ ਦੇ ਡਾਕਟਰਾਂ ਨੇ। ਅੱਛਾ ਜੀ। ਕਿੱਲ ਤਾਂ ਉਹ ਲਾਣੇ ਚਾਹੀਦੇ ਸੀ ਜਿਹੜੇ VCR 'ਚ ਲੱਗਦੇ ਨਿੱਕੇ ਨਿੱਕੇ, ਲੇਕਿਨ ਉਹਨਾਂ ਨੇ ਕਿੱਲ ਐਡੇ ਠੋਕੇ ਕਿ 1 ਇੰਚ ਪੌਣਾ ਇੰਚ ਲੰਮੇ ਕਿੱਲ ਲਾ ਦਿੱਤੇ ਵਿੱਚ। ਅੱਛਾ ਜੀ। ਜਿਹੜੇ ਕਿ ਫਿਊਚਰ ਦੇ ਵਿੱਚ ਮੈਂ ਆਪਣੇ ਫੈਮਿਲੀ ਡਾਕਟਰ ਨੂੰ ਆ ਕੇ ਐਕਸਰੇ ਦਿਖਾ ਲਿਆ ਤਾਂ ਉਹਨੇ ਕਿਹਾ ਕਿ ਵੀ ਇਹ ਕਿਉਂ ਉਹਨਾਂ ਨੇ ਐਡੇ ਵੱਡੇ ਕਿੱਲ ਲਾ ਦਿੱਤੇ ਨੇ, ਪਲੇਟ ਇੰਨੀ ਵੱਡੀ ਪਾ ਦਿੱਤੀ ਹੈ। ਇਹ ਇੱਥੇ ਸਾਡੇ ਇੱਥੇ ਪਾਕਿਸਤਾਨ ਦੇ ਵਿੱਚ ਇੰਨੀ ਹੱਡੀ ਟੁੱਟੀ ਹੋਵੇ ਤਾਂ ਅਸੀਂ ਤਾਰਾਂ ਪਾ ਕੇ ਸੀਨੇ ਦਾ ਜਬੜਾ ਆਟੋਮੈਟਿਕ ਜੁੜ ਜਾਂਦਾ ਹੈ। ਅਤੇ ਇਹ ਤਾਂ ਹਾਜੀ ਤੈਨੂੰ ਆਪਰੇਸ਼ਨ ਕਰਾ ਕੇ ਤੈਨੂੰ ਪਲੇਟ ਕਢਾਉਣੀ ਪਏਗੀ। ਚਾਹੇ ਮੈਡੀਕੇਟਡ ਪਲੇਟ ਹੈ ਲੇਕਿਨ ਇੱਕ ਤੈਨੂੰ ਫਿਊਚਰ ਦੇ ਵਿੱਚ ਪ੍ਰੋਬਲਮ ਦੇਵੇਗੀ। ਉਹੀ ਗੱਲ ਹੋਈ ਕਿ 5-7 ਸਾਲ ਤੋਂ ਬਾਅਦ ਮੈਂ ਗੱਡੀ 'ਚ ਡਰਾਈਵ ਕਰਦਾ ਸੀ ਜਦੋਂ, ਤਾਂ ਉਹ AC ਜਿਹੜਾ ਨਾ ਮੈਨੂੰ AC ਦੀ ਹਵਾ ਆਉਂਦੀ ਸੀ ਤਾਂ ਉਹ ਮੈਨੂੰ ਦਰਦ ਕਰਦਾ ਸੀ ਮੇਰਾ। ਮੈਂ ਫਿਰ ਡਿਸਾਈਡ ਕੀਤਾ ਕਿ ਮੈਂ ਇਹ ਪਲੇਟ ਕਢਾਵਾਂ। ਉਹੀ ਜਿਹੜਾ ਮੇਰਾ ਫੈਮਿਲੀ ਡਾਕਟਰ ਸੀ ਚੌਧਰੀ ਇਸਮਾਈਲ ਉਕਾੜੇ ਦਾ, ਬਹੁਤ ਵੱਡਾ ਡੈਂਟਲ ਸਰਜਨ ਡਾਕਟਰ ਹੈ GHQ ਦੇ ਆਪਣਾ ਹੈੱਡਕੁਆਟਰ 'ਚ। ਅਤੇ ਉਸ ਨੇ ਮੈਨੂੰ ਆਪਣੇ ਟੀਚਰ ਜਿਹੜਾ ਉਹਨਾਂ ਦਾ ਪ੍ਰੋਫੈਸਰ ਨਸ਼ਤਰ ਮੈਡੀਕਲ ਕਾਲਜ 'ਚ ਮੁਲਤਾਨ ਦਾ, ਉਹਨੇ ਐਡਰੈਸ ਦਿੱਤਾ, ਫੋਨ ਦਿੱਤਾ। ਉਹਦਾ ਪ੍ਰਾਈਵੇਟ ਕਲੀਨਿਕ ਸੀ ਲਾਹੌਰ ਦੇ ਵਿੱਚ।
फिर मैं उहदे तो टाइम लिया। उस प्रोफैसर ने मैनू जिसले ये बलेट कड्ढी है और इसी रूम दे विच वो बहुत ठंडा रूम और उस डॉक्टर नूं कढ़दियां होया पसीना आ गया। आखिरी किल फिर ना निकले उहदे कोलों। वो कहंदा किहड़े बंदे ने किसे डॉक्टर ने जिन्हां ने एडा वड्डा किल ला दिता है। वो बहुत ही मुश्किलों के नाल उस डॉक्टर ने वो मेरा जनाब वो प्लेट कड्ढी और वो किल कढ़िया। जी। तो अजे तक मेरे को मौजूद ने किल मेरे को दुबई दे विच। अच्छा जी। हाँ जी। तो अल्हम्दुलिल्लाह फिर अल्लाह ताला ने मैनूं तंदुरुस्ती सेहत दित्ती। फिर बच्चे भी माशाअल्लाह ठीक ठाक सारे सारे। हाँ जी नहीं, हज का की बनया तुहाडा फिर? हज साडा जी ਜਿਹੜੇ ਵੀ ਲੋਕ ਦੇਖਣ ਆਏ ਆ ਉਹਨਾਂ ਨੇ ਕਿਹਾ ਕਿ ਤੁਹਾਡਾ ਹਜ ਕਬੂਲ ਹੋ ਗਿਆ। ਇਹ ਤੁਸੀਂ ਸਟਰਗਲ ਕੀਤੀ, ਤੁਸੀਂ ਆਏ, ਤੁਸੀਂ ਤੁਹਾਡਾ ਉਮੀਦ ਲਾ ਕੇ ਆਏ ਹੋ। ਅੱਲਾ ਦੀ ਮਨਜ਼ੂਰ ਨਹੀਂ ਸੀ ਤੁਹਾਨੂੰ ਕਿਸੇ ਵਜ੍ਹਾ ਦੇ ਨਾਲ, ਲੇਕਿਨ ਹਜ ਤੁਹਾਡਾ ਅੱਲਾਹ ਤਾਲਾ ਨੇ ਕਬੂਲ ਕਰ ਲਿਆ। ਲੇਕਿਨ ਸਾਨੂੰ ਹੋਰ ਉੱਥੇ ਮੁਸ਼ਕਿਲਾਤ ਬਹੁਤ ਆਈਆਂ। ਉਸ ਜਿਸ ਵੇਲੇ ਸਾਡੀ ਗੱਡੀ ਟੁੱਟ ਗਈ ਹੈ, ਉਸ ਪੁਲਿਸ ਨੇ ਸਾਨੂੰ ਗੱਡੀ ਨਹੀਂ ਦਿੱਤੀ ਕਿ ਤੁਸੀਂ ਉਸ ਗੱਡੀ ਦੇ ਮਾਲਕ ਦਾ ਪੇਪਰ ਲੈ ਕੇ ਆਓ ਕਿ ਗੱਡੀ ਇਹਨਾਂ ਨੂੰ ਦੇ ਦਿੱਤੀ ਜਾਵੇ, ਜਦੋਂ ਕਿ ਉਹ ਗੱਡੀ ਸਾਡੇ ਨਾਂ ਸੀ। ਫਿਰ ਉਹ ਪੇਪਰ ਮੰਗਵਾਇਆ, ਫਿਰ ਪੇਪਰ ਲੈ ਕੇ ਫਿਰ ਉਹਨਾਂ ਨੇ ਗੱਡੀ ਸਾਨੂੰ ਦਿੱਤੀ। ਫਿਰ ਉਹਨਾਂ ਸਾਨੂੰ ਜਨਾਬ ਫਿਰ ਉਹ ਜਨਾਬ ਨਾ ਦੇਣ ਪੇਪਰ ਕਿ ਬਈ ਇਹ ਸਪੋਂਸਰ ਜਿਹੜਾ ਹੈ ਉਹਦਾ ਲੈਟਰ ਲੈ ਕੇ ਆਓ ਕਿ ਇਹ ਮੇਰੇ ਸਪੋਂਸਰ 'ਚ ਬੰਦੇ ਨੇ। ਉਹ ਲੈਟਰ ਆਇਆ। ਫੈਕਸ ਦਾ ਜ਼ਮਾਨਾ ਸੀ। ਅਗਰ ਉਹ ਫੈਕਸ ਦਾ ਜ਼ਮਾਨਾ ਨਾ ਹੁੰਦਾ, ਬਾਈ ਲੈਟਰ ਜਾਣਾ ਹੁੰਦਾ ਤਾਂ ਅਸੀਂ 6 ਮਹੀਨੇ ਅਸੀਂ ਉੱਥੋਂ ਨਹੀਂ ਸੀ ਨਿਕਲ ਸਕਦੇ। ਸਾਡਾ ਇੱਕ ਬੰਦਾ ਉੱਥੇ ਬੈਠਾ ਹੁੰਦਾ ਸੀ ਦੁਬਈ ਆਪਣਾ ਟਟਕੋ ਕੰਪਨੀ ਦੇ ਵਿੱਚ ਕਿ ਕੋਈ ਵੀ ਉਹਨਾਂ ਦਾ ਫੈਕਸ ਆ ਜਾਏ, ਕੋਈ ਵੀ ਕਾਲ ਆ ਜਾਏ ਤਾਂ ਉਸੇ ਟਾਈਮ GM ਨੇ ਕਿਹਾ ਕਿ ਮੈਨੂੰ ਘਰ ਵੀ ਆ, ਮੈਂ ਅੱਧੀ ਰਾਤ ਨੂੰ ਮੇਰੇ ਕੋਲ ਆਓ ਤਾਂ ਮੈਂ ਸਾਈਨ ਕਰ ਦਿਆਂਗਾ। ਉਸ ਫਿਰ ਕਹਿੰਦੇ ਜੀ ਅਰਬਾਬ ਲਿਖ ਕੇ ਭੇਜੇ ਕਿ ਇਹ ਬੰਦੇ ਮੇਰੇ ਸਪੋਂਸਰਸ਼ਿਪ 'ਚ ਨੇ ਕਿ ਅਗਰ ਫਿਊਚਰ ਦੇ ਵਿੱਚ ਇਹ ਬੰਦੇ ਅਗਰ ਸਾਊਦੀਆ ਗੌਰਮੈਂਟ ਨੂੰ ਵਾਂਟਿਡ ਹੋਣ ਤਾਂ ਫਿਰ ਵੀ ਇਹ ਅਰਬਾਬ ਉਹ ਪੇਸ਼ ਕਰੇਗਾ। ਅਰਬਾਬ ਇਸ ਗੱਲ ਦਾ ਪਾਬੰਦ ਹੋਵੇ। ਹਾਲਾਂਕਿ ਕਿਸੇ ਚੀਜ਼ ਦਾ ਅਸੀਂ ਨੁਕਸਾਨ ਨਹੀਂ ਸੀ ਕੀਤਾ। ਸਾਡੀ ਆਪਣੀ ਗੱਡੀ ਟੁੱਟੀ ਹੈ, ਸਾਡਾ ਆਪਣਾ ਨੁਕਸਾਨ ਹੋਇਆ, ਲੇਕਿਨ ਇਹਨਾਂ ਚੀਜ਼ਾਂ ਦੇ ਬਾਵਜੂਦ ਹਰ ਚੀਜ਼ ਦੀ ਅਸੀਂ NOC ਲਈ ਹੈ, ਹਰ ਚੀਜ਼ ਦੇ ਡਾਕੂਮੈਂਟ ਬਣਾਏ ਨੇ। ਹਰ ਚੀਜ਼ ਕਲੀਅਰ ਕਰਨ ਤੋਂ ਬਾਅਦ 18 ਦਿਨ ਤੋਂ ਬਾਅਦ ਸਾਨੂੰ ਉੱਥੇ ਜਾਣਨ ਵਾਲੇ ਸਾਡੇ ਰਿਆਦ ਏਅਰਪੋਰਟ 'ਤੇ ਲੈ ਕੇ ਆਏ ਆਪਣੀਆਂ ਗੱਡੀਆਂ ਦੇ ਵਿੱਚ। ਜਿਸ ਵੇਲੇ ਅਸੀਂ ਰਿਆਦ ਏਅਰਪੋਰਟ ਦੇ ਉੱਤੇ ਐਮਰਾਤ ਏਅਰਲਾਈਨ ਦੀ ਅਸੀਂ ਟਿਕਟ ਕਰਾਈ ਸੀ, ਜਿਸ ਵੇਲੇ ਅਸੀਂ ਤਕਰੀਬਨ ਛੋਟੇ ਮੋਟੇ 12 ਫਰਦ ਸੀ। 12 ਫਰਦ ਜਿਸ ਵੇਲੇ ਸਮਾਨ ਸਾਡਾ ਲੋਡ ਹੋ ਗਿਆ ਜਹਾਜ਼ ਦੇ ਵਿੱਚ ਅਤੇ ਉਹਨਾਂ ਨੇ ਐਮੀਗ੍ਰੇਸ਼ਨ ਵਾਲਿਆਂ ਨੇ ਸਾਨੂੰ ਰੋਕ ਲਿਆ। ਉਹਨਾਂ ਨੇ ਕਿਹਾ ਜੀ ਤੁਸੀਂ ਨਹੀਂ ਜਾ ਸਕਦੇ। ਤੁਸੀਂ ਕਿੱਦਾਂ ਜਾ ਸਕਦੇ ਹੋ ਜਦੋਂ ਕਿ ਤੁਸੀਂ ਬਾਈ ਰੋਡ ਮਿਨੀ ਬੱਸ 'ਤੇ ਆਏ ਹੋ। ਤੁਸੀਂ ਇਹਦੇ ਵਿੱਚ ਬੱਸ 'ਤੇ ਆਏ ਹੋ, ਇਹ ਹਾਈਲੈਕਸ 'ਚ ਆਏ ਹੋ, ਤੁਸੀਂ ਜਾ ਹੀ ਨਹੀਂ ਸਕਦੇ ਪਲੇਨ 'ਤੇ। ਉਹਨਾਂ ਰੋਕ ਲਿਆ। ਉਹਨਾਂ ਜਿਸ ਵੇਲੇ ਰੋਕ ਲਿਆ 12 ਫਰਦ ਇੱਕ ਜਹਾਜ਼ ਦੇ ਵਿੱਚ ਸੀਟਾਂ 'ਤੇ ਜਿਸ ਵੇਲੇ ਨਹੀਂ ਉਹ ਪੂਰਾ ਅਮਲਾ ਪਾਇਲਟ ਉਤਰ ਕੇ ਆ ਗਿਆ, ਪਾਇਲਟ ਪੂਰਾ ਕਰੂ ਬਾਹਰ ਆ ਗਿਆ ਕਿ ਇਹ ਕੀ ਵਜ੍ਹਾ ਹੈ ਕਿ ਉਹਨਾਂ ਨੇ ਕਿਹਾ ਕਿ ਕੋਈ ਕਾਨੂੰਨ ਨਹੀਂ ਉਹਨਾਂ ਐਮੀਗ੍ਰੇਸ਼ਨ ਵਾਲਿਆਂ ਨੇ ਕਿਸੇ ਦੀ ਗੱਲ ਹੀ ਨਹੀਂ ਸੁਣੀ। ਉਹਨਾਂ ਨੇ ਸਾਡਾ ਸਮਾਨ ਅਨਲੋਡ ਕੀਤਾ, ਸਮਾਨ ਅਨਲੋਡ ਕਰਕੇ ਸਾਨੂੰ ਉੱਥੇ ਬਿਠਾ ਦਿੱਤਾ ਜੀ ਤੁਸੀਂ ਨਹੀਂ ਜਾ ਸਕਦੇ ਪਲੇਨ ਦੇ ਵਿੱਚ। ਅੱਛਾ ਜੀ। ਉਹ ਤੋਂ ਬਾਅਦ ਉਹ ਮੇਰਾ ਦੋਸਤ ਜਿਹੜਾ ਗੱਡੀ ਚਲਾ ਰਿਹਾ ਸੀ, ਜਿਹਦੇ ਕੋਲੋਂ ਐਕਸੀਡੈਂਟ ਹੋਇਆ, ਬੜਾ ਪੜ੍ਹਿਆ ਲਿਖਿਆ ਸੀ। ਹਾਲਾਂਕਿ ਏਅਰਲਾਈਨ ਇਹਨਾਂ ਦੀ ਸੀ ਦੁਬਈ ਵਾਲਿਆਂ ਦੀ। ਦੁਬਈ ਵਾਲਿਆਂ ਦੀ, ਅੱਛਾ ਜੀ। ਹਾਂਜੀ। ਉਹਨਾਂ ਦੇ ਅਮਲੇ ਨੇ ਕਿਹਾ ਕਿ ਨਹੀਂ ਜਾ ਸਕਦੇ ਤੁਸੀਂ। ਹਾਂਜੀ। ਅਤੇ ਉਹ ਫਿਰ ਜਨਾਬ ਜਿਹੜਾ ਬੰਦਾ ਹੈ ਉਹ ਉੱਥੇ ਜਿਹੜਾ ਏਅਰਪੋਰਟ ਸਿਵਲ ਏਵੀਏਸ਼ਨ ਦਾ ਪਬਲਿਕ ਰਿਲੇਸ਼ਨ ਅਫੀਸਰ ਦੇ ਕੋਲ ਮੈਂ ਉਹਨੂੰ ਵੀਲ ਚੇਅਰ ਦੇ ਉੱਤੇ ਲੈ ਕੇ ਗਿਆ ਉਹਦੇ ਦਫ਼ਤਰ ਦੇ ਵਿੱਚ। ਉਹ ਬੜਾ ਪੜ੍ਹਿਆ ਲਿਖਿਆ ਬੰਦਾ ਸੀ। ਉਹਨੇ ਜਨਾਬ ਗੱਲ ਕੀਤੀ ਪਬਲਿਕ ਰਿਲੇਸ਼ਨ ਅਫੀਸਰ ਦੇ ਨਾਲ। ਉਹਨੇ ਕਿਹਾ ਹੈ ਇਹ ਕਿਉਂ ਹੋਇਆ, ਇੱਦਾਂ ਕਿਉਂ ਹੋਈ ਹੈ। ਉਹ ਵਾਪਸ ਆਇਆ। ਉਹਨਾਂ ਨੂੰ ਐਮੀਗ੍ਰੇਸ਼ਨ ਵਾਲਿਆਂ ਦੇ ਨਾਲ ਉਹ ਬਹੁਤ ਬੜੀ ਉਹਨਾਂ ਨੇ ਝੜਪ ਕੀਤੀ, ਬਹੁਤ ਆਰਗੂਮੈਂਟ ਕੀਤੇ। ਉਹਨਾਂ ਕਿਹਾ ਤੁਹਾਡੇ ਕੋਲ ਕੋਈ ਕਾਨੂੰਨ ਦੱਸੋ ਕਿ ਕਿਹੜੇ ਕਾਨੂੰਨ ਦੇ ਤਹਿਤ ਤੁਸੀਂ ਇਹ ਪੈਸੇਂਜਰਾਂ ਨੂੰ ਡਰੋਪ ਕੀਤਾ। ਉਹ ਵੀ ਸਾਊਦੀ ਸੀ।
वो भी सऊदी सी, अच्छा जी। लेकिन बड़ा पढ़िया लिखा आदमी सी, फॉरन पढ़िया लिखा हाँ जी, बंदा सी, खुदा तरस भी। खुदा तरस सी। फिर उन्हें सारी फैमिली ਨੂੰ देखा, फैमिली देख के फिर उन्हें कहा कि मैं मेरी ड्यूटी बदली हो जानी है, मेरा रिप्लेसमेंट ਜਿਹੜਾ ਬੰਦਾ ਆਏਗਾ ਮੈਂ ਉਹਨੂੰ ਤੁਹਾਨੂੰ ਦਿਖਾ ਕੇ ਫਿਰ ਮੈਂ ਜਾਵਾਂਗਾ। ਉਹ ਇਸੇ ਤਰ੍ਹਾਂ ਹੀ ਹੋਈ। ਜਿਹੜਾ ਰਿਪਲੇਸਮੈਂਟ ਪਬਲਿਕ ਰਿਲੇਸ਼ਨ ਅਫੀਸਰ ਜਿਹੜਾ ਉਹਦੀ ਸੈਕੰਡ ਡਿਊਟੀ 'ਤੇ ਆਇਆ, ਉਹਨੂੰ ਉਹ ਲੈ ਕੇ ਆਇਆ, ਉਹਨੇ ਸਾਰਿਆਂ ਸਾਡੇ ਬੱਚਿਆਂ ਨੂੰ ਦਿਖਾਇਆ, ਸਾਨੂੰ ਦਿਖਾ ਕੇ ਉਹਦੀ ਡਿਊਟੀ ਲਾਈ ਕਿ ਐਜ਼ ਸੂਨ ਐਜ਼ ਪੋਸੀਬਲ ਤੁਸੀਂ ਰਾਤ ਦੇ 10 ਵਜੇ ਦੀ ਫਿਰ ਸੈਕੰਡ ਫਲਾਈਟ ਸਾਨੂੰ ਮਿਲੀ, 2-3 ਵਜੇ ਦਾ ਟਾਈਮ, ਸੁਬਾਹ ਦੁਪਹਿਰ 2 ਵਜੇ ਦੇ ਟਾਈਮ ਤੋਂ ਬਾਅਦ ਸਾਡੀ ਫਲਾਈਟ ਜਿਹੜੀ ਮਿਸ ਹੋਈ ਹੈ, ਰਾਤੀ 10 ਵਜੇ ਫਿਰ ਸਾਨੂੰ ਫਲਾਈਟ ਮਿਲੀ ਹੈ, ਅਤੇ ਉਹ ਵੀ ਐਮੀਰਾਤ ਏਅਰਲਾਈਨ ਦੀ। ਅਤੇ ਜਿਸ ਲਈ ਅਸੀਂ ਜਨਾਬ ਫਿਰ ਉਸ ਪਲੇਨ ਦੇ ਉੱਤੇ ਬੈਠੇ ਹਾਂ, ਅਤੇ ਜਿਸ ਵੇਲੇ ਸੀਟਾਂ 'ਤੇ ਬਹਿੰਦੇ ਪਏ ਸੀ, ਫਿਰ ਪਿੱਛੋਂ ਇੱਕ ਆਵਾਜ਼ ਆਈ ਹੈ ਕਿ ਉਹ ਦੁਬਈ ਵਾਲੇ ਐਕਸੀਡੈਂਟ ਵਾਲੇ ਬੰਦੇ ਕਿਹੜੇ ਕਿਹੜੇ ਨੇ। ਫਿਰ ਸਾਡੇ ਦਿਲ ਡਰ ਗਏ, ਇੰਨੇ ਦਿਲ ਡਰੇ ਸੀ ਸਾਡੇ, ਇੰਨਾ ਸਾਡੇ ਦਿਲਾਂ 'ਚ ਖੌਫ ਸੀ ਕਿ ਅਸੀਂ ਦੱਸ ਨਹੀਂ ਸਕਦੇ। ਬੱਚੇ ਸਹਿਮੇ ਸੀ ਬਿਲਕੁਲ, ਲੇਕਿਨ ਫਿਰ ਉਹਨਾਂ ਨੇ ਇਹ ਬੱਚਿਆਂ ਦੇਖਿਆ, ਗਿਣਤੀ ਕੀਤੀ, ਬਹਰਾਲ ਉਹਨਾਂ ਨੇ ਕੁਛ ਸਾਨੂੰ ਆਫਲੋਡ ਨਹੀਂ ਕੀਤਾ। ਹਾਂਜੀ, ਫਿਰ ਜਿਸ ਲਈ ਅਸੀਂ ਦੁਬਈ ਪਹੁੰਚੇ ਹਾਂ। ਅੱਛਾ, ਇਹ ਦੁਬਈ ਵਾਲਾ ਤੁਸੀਂ ਬਾਅਦ 'ਚ ਦੱਸਿਓ, ਪਹਿਲੇ ਇਹ ਦੱਸ ਦਿਓ ਕਿ ਉਹ ਜਿਹੜਾ ਡਰਾਈਵਰ ਸੀ ਜਿਹਦੀ ਇੱਕ ਲੱਤ ਟੁੱਟੀ ਹੋਈ ਸੀ, ਦੂਸਰੀ ਉਹਨਾਂ ਨੇ ਕਿਸ ਤਰ੍ਹਾਂ ਬੰਨ੍ਹ ਦਿੱਤੀ ਉਹਦੀ? ਬਸ ਉਹਦੀ ਲੱਤ ਟੁੱਟੀ ਦੇ ਉੱਤੇ ਹੀ ਅਸੀਂ ਜਨਾਬ ਆਏ, ਉਹਨੇ ਆਪਰੇਸ਼ਨ ਨਹੀਂ ਕਰਾਇਆ। ਉਹਨੇ ਕਿਹਾ ਮੈਂ ਇੱਥੇ ਆਪਰੇਸ਼ਨ ਨਹੀਂ ਕਰਾਉਣਾ, ਮੈਂ ਦੁਬਈ ਜਾ ਕੇ ਆਪਰੇਸ਼ਨ ਕਰਾਵਾਂਗਾ। ਔਰ ਉਹਦੇ ਜਨਾਬ ਤਕਲੀਫ ਇੰਨੀ ਸੀ ਉਸ ਦੀ ਲੱਤ ਨੂੰ ਕਿ ਉਹ ਜਨਾਬ ਇਹਨਾਂ ਘੰਟਿਆਂ ਦੇ ਵਿੱਚ, ਇਸ ਟਾਈਮ ਦੇ ਵਿੱਚ ਤਕਰੀਬਨ 3 ਤੋਂ 4 ਵਾਰੀ ਉਹ ਬੰਦਾ ਵੀਲ ਚੇਅਰ ਲੈਣ ਵਾਸਤੇ ਆ ਗਿਆ। ਇਹ ਖਾਲੀ ਕਰੋ, ਇਸ ਬੰਦੇ ਨੂੰ ਫੱਟੇ ਦੇ ਉੱਤੇ ਲੰਮਾ ਪਾਓ, ਸਾਨੂੰ ਵੀਲ ਚੇਅਰ ਚਾਹੀਦੀ ਹੈ। ਅਸੀਂ ਕਿਹਾ ਇਹ ਬੰਦਾ ਨਹੀਂ, ਵੀਲ ਚੇਅਰ ਤੋਂ ਬਗੈਰ ਇਹ ਬੰਦਾ ਪੈ ਨਹੀਂ ਸਕਦਾ ਕਿਸੇ ਜਗ੍ਹਾ ਦੇ ਉੱਤੇ। ਅਤੇ ਬਹਰਹਾਲ ਇਹ ਸਾਰੀਆਂ ਤਕਲੀਫਾਂ, ਸਾਰਾ ਕੁਝ ਹੋਇਆ। ਸਾਡੇ ਕੋਲ ਇੱਕ ਬੜੀ ਵੱਡੀ ਫਾਈਲ ਬਣ ਗਈ, ਐਮੀਗ੍ਰੇਸ਼ਨ ਦੀ, ਪਾਸਪੋਰਟ ਦੀ, ਪੁਲਿਸ ਦੀ, ਗੱਡੀ ਦੀ, ਹਰ ਚੀਜ਼ ਕਾਫੀ ਵੱਡੀ ਫਾਈਲ ਬਣ ਗਈ ਸਾਡੇ ਕੋਲ, ਜਿਹੜੀ ਕਿ ਅਸੀਂ ਸਾਡੇ ਪੇਪਰ ਸਾਰੇ ਸੀ, ਇਸ ਦੇ ਬਾਵਜੂਦ ਉਹਨਾਂ ਨੇ ਸਾਨੂੰ ਰੋਕ ਲਿਆ ਉੱਥੋਂ। ਅੱਛਾ, ਹੁਣ ਆ ਜਾਓ ਤੁਸੀਂ ਦੁਬਈ ਏਅਰਪੋਰਟ, ਜਦੋਂ ਤੁਸੀਂ ਪਹੁੰਚ ਗਏ। ਅਸੀਂ ਦੁਬਈ ਏਅਰਪੋਰਟ ਪਹੁੰਚੇ ਹਾਂ ਜੀ, ਅਤੇ ਮਾਸ਼ਾਅੱਲਾ ਉਹਨਾਂ ਲੋਕਾਂ ਨੇ ਦੇਖਿਆ ਕਿ ਵੀ ਹੱਜ ਤੋਂ ਲੋਕ ਆਏ ਨੇ, ਐਕਸੀਡੈਂਟ ਵਾਲੇ ਬੰਦੇ ਆਏ ਨੇ, ਉਹਨਾਂ ਨੇ ਸਾਨੂੰ ਫੁੱਲਾਂ ਦੀ ਤਰ੍ਹਾਂ ਚੁੱਕ ਲਿਆ। ਉਹਨਾਂ ਨੇ ਲਿਫਟ ਜਿਹੜੀ ਹੈ ਉਹ ਲਿਫਟ ਉੱਤੇ ਗਈ ਹੈ ਜਹਾਜ਼ 'ਤੇ, ਉਸ ਬੰਦੇ ਨੂੰ ਲਾ ਕੇ ਜਿਹਦੀ ਲੱਤ ਟੁੱਟੀ ਸੀ ਲੈ ਕੇ ਗਏ ਆ। ਉਹਨਾਂ ਦਾ ਸਿਵਲ ਐਵੀਏਸ਼ਨ ਦਾ ਬੰਦਾ, ਉਹਨੇ ਵੀਲ ਚੇਅਰ ਸਾਨੂੰ ਫੜਨ ਨਹੀਂ ਦਿੱਤੀ, ਉਹਨਾਂ ਚਿਰ ਨਹੀਂ ਜੋ ਛੱਡਿਆ ਜਿੰਨਾ ਚਿਰ ਸਾਡੀ ਆਪਣੀ ਐਂਬੂਲੈਂਸ ਕੰਪਨੀ ਦੀ ਆਈ ਸੀ। ਕੰਪਨੀ ਦੇ ਕਾਫੀ ਕਰੋੜ ਆਇਆ ਸੀ ਸਾਨੂੰ ਦੇ ਮਿਲਣ ਵਾਸਤੇ। ਅਸੀਂ ਜਿਸ ਵੇਲੇ ਦੁਬਈ ਏਅਰਪੋਰਟ 'ਤੇ ਪਹੁੰਚੇ ਹਾਂ, ਇੰਨਾ ਉਹਨਾਂ ਨੇ ਸਾਡਾ ਇਹਤਰਾਮ ਕੀਤਾ, ਇੰਨਾ ਜਨਾਬ ਖਿਆਲ ਕੀਤਾ, ਯਾ ਹਾਜੀ ਯਾ ਹਾਜੀ, ਬਹੁਤ ਹੀ ਅਸੀਂ ਉਸ 'ਤੇ ਮੁਤਾਸਰ ਹੋਏ ਉਸ ਚੀਜ਼ ਤੋਂ ਜੀ ਜੀ। ਅੱਛਾ, ਅਤੇ ਫਿਰ ਤੁਸੀਂ ਹੱਜ ਕਿਤੋਂ ਕੀਤਾ ਬਾਅਦ 'ਚ? ਹੱਜ ਅਸੀਂ ਜੀ ਫਿਰ ਜਿਹੜਾ ਹੈ ਕਿ ਉਹ ਫੈਮਲੀਆਂ ਦੇ ਦਿਲ 'ਚ ਹੋ ਗਿਆ ਕਿ ਕੀ ਵਜ੍ਹਾ ਬਣੀ, ਕਿਉਂ ਇੱਦਾਂ ਹੋਇਆ ਸਾਡੇ ਨਾਲ। ਫਿਰ ਅੱਲਾਹ ਤਾਲਾ ਦੇ ਅੱਗੇ ਦੁਆਵਾਂ ਕੀਤੀਆਂ, ਸਾਰਾ ਕੁਝ। ਫਿਰ ਅਸੀਂ 2000 ਦੇ ਵਿੱਚ ਅਸੀਂ ਦੁਬਾਰਾ ਫਿਰ ਮੈਂ ਫੈਮਿਲੀ ਦੇ ਨਾਲ ਜਾ ਕੇ ਹੱਜ ਕਰਕੇ ਆਇਆ। ਅੱਛਾ, ਉਹਨਾਂ ਦੂਸਰੀਆਂ ਫੈਮਲੀਆਂ ਨੇ ਆਪਣੇ ਤੌਰ 'ਤੇ ਕੀਤਾ ਹੋਇਆ? ਹਾਂ, ਆਪਣੇ ਤੌਰ 'ਤੇ ਕੀਤਾ। ਅੱਛਾ, ਇਹ ਗੱਡੀ ਦਾ ਕੀ ਮਾਮਲਾ ਹੈ ਸੀ ਜਿਹੜਾ ਤੁਹਾਨੂੰ ਪੈਸੇ ਵੀ ਪੈ ਗਏ ਉਹਦੇ? ਜੀ, ਗੱਡੀ ਦਾ ਮਾਮਲਾ ਇਹ ਸੀ ਕਿ ਅਸੀਂ ਉਹਦੀ ਇੰਸ਼ੋਰੈਂਸ ਨਹੀਂ ਸੀ ਕਰਾਈ, ਉਹਦਾ ਪਤਾ ਨਹੀਂ ਸੀ ਸਾਨੂੰ ਇਸ ਚੀਜ਼ ਦਾ ਕਿ ਇੰਟਰਨੈਸ਼ਨਲ ਇੰਸ਼ੋਰੈਂਸ ਵੀ ਹੁੰਦੀ ਹੈ। ਅਗਰ ਇੰਟਰਨੈਸ਼ਨਲ ਇੰਸ਼ੋਰੈਂਸ ਐਕਸੀਡੈਂਟ ਦੀ ਕਰਾਈ ਹੁੰਦੀ ਤਾਂ ਸਾਨੂੰ ਕੁਝ ਪੇ ਨਹੀਂ ਕਰਨਾ ਪੈਣਾ। ਲੇਕਿਨ ਉਹ ਯੂਨਾਈਟਿਡ ਰੈਂਟ ਏ ਕਾਰ ਸੀ ਉਸ ਦੁਬਈ ਦੀ, ਉਸ ਬੰਦੇ ਨੇ ਸਾਡੇ ਨਾਲ ਬਹੁਤ ਕੋਆਪਰੇਟ ਕੀਤਾ। ਉਹਨੇ ਅਸੀਂ ਗੱਡੀ ਬਣਾ ਕੇ ਦਿੱਤੀ, ਜਿੰਨਾ ਚਿਰ ਗੱਡੀ ਅਸੀਂ ਉਹਨੂੰ ਨਹੀਂ ਬਣਾ ਦਿੱਤੀ ਉਹਨੇ ਕੋਈ ਰੈਂਟ ਸਾਨੂੰ ਚਾਰਜ ਨਹੀਂ ਕੀਤਾ। ਮਿਸਟਰ ਜੋਰਜ ਉਹਦਾ ਨਾਂ ਸੀ, ਇੰਡੀਆ ਦਾ ਮਲਵਾਰੀ, ਉਹ ਬਹੁਤ ਅੱਛਾ ਆਦਮੀ ਸੀ। ਉਹਨੇ ਬਹੁਤ ਈਸਾਈ ਸੀ, ਬਹੁਤ ਕੋਆਪਰੇਟ ਕੀਤਾ ਉਹਨੇ ਸਾਡੇ ਨਾਲ। ਬਹਰਹਾਲ ਅਸੀਂ ਜਿੰਨਾ ਵੀ ਟਾਈਮ ਲੱਗਾ, 15-20 ਦਿਨ ਤੋਂ ਬਾਅਦ ਅਸੀਂ ਗੱਡੀ ਬਣਾ ਕੇ ਉਸ ਨੂੰ ਗੱਡੀ ਅਸੀਂ ਹੈਂਡਓਵਰ ਕੀਤੀ ਹੈ ਅਤੇ ਉਹਦਾ ਸ਼ੁਕਰੀਆ ਅਦਾ ਕੀਤਾ। ਅੱਛਾ, ਮਾਸ਼ਾ ਅੱਲਾਹ, ਹੁਣ ਸ਼ਹਿਬਾਜ਼ ਦੀ ਉਮਰ, ਸ਼ਾਦੀ ਹੋ ਗਈ, ਬੱਚੇ, ਸ਼ਹਿਬਾਜ਼ ਦੇ ਬੱਚੇ, ਆਰਫ ਦੇ ਬੱਚੇ, ਸਬਾ ਦੇ ਬੱਚੇ, ਜੀ। ਉਦੋਂ ਇਹਨਾਂ ਦੀ ਕਿੰਨੀਆਂ ਉਮਰਾਂ ਸੀ? ਮਾਸ਼ਾ ਅੱਲਾਹ ਤਕਰੀਬਨ ਸਬਾ ਜਿਹੜੀ ਹੈ ਉਹ 6 ਮਹੀਨੇ ਦੀ ਸੀ। ਅੱਛਾ ਜੀ। ਅਤੇ ਬਸ ਸ਼ਹਿਬਾਜ਼ ਮਾਸ਼ਾ ਅੱਲਾਹ ਉਹ ਥੱਲੇ 9ਵੀਂ 10ਵੀਂ 10ਵੀਂ 'ਚ ਪੜ੍ਹਦਾ ਹੋਇਆ, 9ਵੀਂ 6ਵੀਂ 7ਵੀਂ ਸੀ, 6ਵੀਂ 7ਵੀਂ ਦੇ ਵਿੱਚ ਸੀ। ਆਰਫ 3ਰੀ 4ਥੀ 'ਚ ਪੜ੍ਹਦਾ ਸੀ। ਹਾਂਜੀ, ਛੋਟੇ ਸੀ ਬੱਚੇ। ਹਾਂਜੀ।
ਅੱਛਾ ਇਕਰਾਮ ਸਾਹਿਬ, ਹੁਣ ਤੁਹਾਨੂੰ ਕਿਸੇ ਵੇਲੇ ਬੈਠਿਆਂ ਉਸ ਹਾਦਸੇ ਦੀ ਯਾਦ ਆਉਂਦੀ ਹੈ ਜੋ ਕੁਝ ਹੋਇਆ, ਤਾਂ ਤੁਸੀਂ ਕੀ ਮਹਿਸੂਸ ਕਰਦੇ ਹੋ? ਜੀ ਜੀ, ਬਸ ਇਹ ਮਹਿਸੂਸ ਕਰਦੇ ਹਾਂ ਕਿ ਅੱਲਾਹ ਤਾਲਾ ਆਪਣਾ ਫਜ਼ਲ ਰਹਿਮ करे हर एक ਦੇ ਉੱਤੇ। ਤੇ ਬਸ ਸ਼ੁਕਰ ਅਲਹਮਦੁਲਿਲਾ। ਅਗਰ ਜ਼ਿੰਦਗੀ ਸੀ, ਦੇਖੋ ਕਿੰਨੀ ਵੱਡੀ ਤਕਲੀਫ ਆਈ, ਸਾਰਾ ਕੁਝ ਹੋਇਆ ਤੇ ਅੱਲਾਹ ਤਾਲਾ ਨੇ ਰਹਿਮਤ ਕੀਤੀ। ਤਕਲੀਫਾਂ ਇਨਸਾਨ ਦੀ ਜ਼ਿੰਦਗੀ 'ਚ ਆਉਂਦੀਆਂ ਨੇ ਰਹਿੰਦੀਆਂ ਨੇ, ਬੰਦੇ ਨੂੰ ਹੌਸਲਾ ਨਹੀਂ ਛੱਡਣਾ ਚਾਹੀਦਾ। ਇਹ ਹੌਸਲੇ ਦੇ ਵਿੱਚ ਇਨਸਾਨ ਦਾ ਸਭ ਕੁਝ। ਸ਼ੁਕਰ ਅਲਹਮਦੁਲਿਲਾ, ਬਹੁਤ ਅੱਲਾਹ ਇਹ ਤਾਲਾ। 1994 'ਚ ਤੁਹਾਡਾ ਐਕਸੀਡੈਂਟ ਹੋਇਆ, ਅੱਜ ਜੀ। ਮਾਸ਼ਾਅੱਲਾ 2026 ਆ, ਜੀ ਤੇ ਤੁਸੀਂ ਦੁਬਈ ਗਏ ਕਦੋਂ ਸੀ? ਅਸੀਂ ਜੀ 1981 ਦੇ ਵਿੱਚ ਦੁਬਈ ਗਏ ਸੀ। ਮੀਨਾ ਜਬਲ ਅਲੀ ਕੰਸਟਰਕਸ਼ਨ ਕੰਪਨੀ ਸੀ, ਜਿਹੜੀ ਕਿ ਗਰੁੱਪ ਆਫ ਡਟਕੋ ਵੈਲਫੇਅਰ ਬੀਟੀ ਔਰ ਇੱਕ ਡੱਚ ਕੰਪਨੀ ਸੀ। ਇਹ ਦੋਨਾਂ ਦਾ ਜੁਆਇੰਟ ਵੈਂਚਰ ਕੰਪਨੀ ਸੀ। ਮੀਨਾ ਜਬਲ ਅਲੀ ਕੰਸਟਰਕਸ਼ਨ, ਜਬਲ ਅਲੀ ਪੋਰਟ ਉਸ ਕੰਪਨੀ ਨੇ ਬਣਾਇਆ। ਬਹੁਤ ਵੱਡਾ ਪ੍ਰੋਜੈਕਟ ਸੀ, ਜਿਹਦੇ ਵਿੱਚ ਸ਼ੇਖ ਰਾਸ਼ਦ, ਮਲਕਾ ਅਲਜ਼ਬਤ ਉਹਨਾਂ ਆ ਕੇ ਇਹਦਾ ਇਫਤਤਾਹ ਕੀਤਾ ਇਸ ਪੋਰਟ ਦਾ। ਅੱਛਾ ਜੀ। ਹਾਂਜੀ, ਉਸ ਟਾਈਮ ਸ਼ੇਖ ਰਾਸ਼ਦ ਸ਼ੇਖ ਸਾਹਿਬ ਖੁਦ ਇਨਵਾਲਵ ਹੁੰਦੇ ਸੀ ਸਾਰੇ ਕੰਮਾਂ ਦੇ ਵਿੱਚ। ਰਾਸ਼ਦ ਸਾਹਿਬ ਨੇ ਦੁਬਈ ਨੂੰ ਜਿਹੜਾ ਬਣਾਇਆ ਹੈ, ਦੁਬਈ ਦਾ ਜਿਹੜਾ ਵਿਊ ਦਿੱਤਾ ਹੈ, ਦੁਬਈ ਦੀ ਜਿਹੜੀ ਲੁੱਕ ਦਿੱਤੀ ਹੈ, ਦੁਬਈ ਦਾ ਜਿਹੜਾ ਜ਼ਿਹਨ ਉਸ ਆਪਣੇ ਬੱਚੇ ਦੇ ਨਾਲ, ਬੇਟੇ ਦੇ ਨਾਲ, ਸ਼ੇਖ ਮੁਹੰਮਦ ਦੇ ਨਾਲ, ਉਸ ਬਾਬੇ ਦੀ ਸਾਰੀ ਕਾਵਿਸ਼ ਉਹਦੀ ਸੀ। ਉਹਦੇ ਵਿਊ ਨੂੰ ਅੱਗੇ ਲੈ ਕੇ ਸ਼ੇਖ ਮੁਹੰਮਦ ਚੱਲਿਆ, ਔਰ ਸ਼ੇਖ ਮੁਹੰਮਦ ਦੇ ਵਿਊ ਨੂੰ ਲੈ ਕੇ ਅੱਗੋਂ ਬੱਚੇ ਉਹਦੇ ਚੱਲ ਰਹੇ ਨੇ। ਜੀ। ਮਾਸ਼ਾਅੱਲਾ ਬਹੁਤ ਤਰੱਕੀ ਕੀਤੀ ਹੈ। ਸਾਡੀ ਅੱਖਾਂ ਦੇ ਸਾਹਮਣੇ ਕੁਝ ਵੀ ਨਹੀਂ ਸੀ। ਜਿਹੜਾ ਇੱਕ ਬਿਲਡਿੰਗ ਸੀ, ਇਹ ਜਿਹੜੀ ਦੁਬਈ ਟ੍ਰੇਡ ਸੈਂਟਰ ਬਿਲਡਿੰਗ, ਅੱਛਾ। ਉਸ ਤੋਂ ਇਲਾਵਾ ਸਾਰੀਆਂ ਕੋਈ ਰੰਮਲ ਸੀ, ਸਾਰੀਆਂ ਰੋਡਾਂ ਸੀ, ਕੋਈ ਆਬਾਦੀ ਨਹੀਂ ਸੀ। ਬੁਰਜ ਅਲ ਅਰਬ ਵੀ ਉਹ ਤੋਂ ਬਾਅਦ ਬਣਿਆ, ਹਰ ਚੀਜ਼ ਬੁਰਜ ਅਲ ਖਲੀਫਾ ਤਾਂ ਹੁਣੇ ਬਣਿਆ। ਜੀ ਜੀ ਜੀ, ਬਿਲਕੁਲ। ਤੇ ਇਹ ਮੀਨਾ ਜਬਲ ਅਲੀ, ਮੀਨਾ ਪੂਰਾ ਹਰ ਚੀਜ਼ ਜਿਹੜੀ ਹੈ ਉਹ ਸਾਡੀਆਂ ਅੱਖਾਂ ਦੇ ਸਾਹਮਣੇ ਬਣੀ ਅਲਹਮਦੁਲਿਲਾ। ਇਕਰਾਮ ਸਾਹਿਬ ਬਹੁਤ ਬਹੁਤ ਸ਼ੁਕਰੀਆ। ਜੀ, ਜੀ। ਦੂਸਰਾ ਇਨਸ਼ਾਅੱਲਾ ਅਸੀਂ ਹੋਰ ਵੀ ਕਰਾਂਗੇ ਤੁਹਾਡੇ ਜੀ। ਨਾਲ ਗੱਲ।